ਸਤਿ ਸ਼੍ਰੀ ਅਕਾਲ ਦੋਸਤੋ, मैं गुरप्रीत सिंह बल जिंदाबाद चैनल ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਦੋਸਤੋ ਅਕਸਰ ਅਸੀਂ ਤੁਹਾਡੇ ਨਾਲ ਨਵੀਂ ਵੀਡੀਓਜ਼ ਲੈ ਕੇ ਆਉਂਦੇ ਹੁੰਦੇ ਹਾਂ ਜਿਸ ਦੇ ਵਿੱਚ ਅਸੀਂ ਕਈ ਤੁਹਾਨੂੰ ਵੀਡੀਓਜ਼ ਐਸੀ ਦੱਸਦੇ ਹਾਂ ਜਿਸ ਨੂੰ ਦੇਖ ਕੇ ਕਾਫੀ ਨੌਲੇਜ ਮਿਲਦੀ ਹੈ, ਕਾਫੀ ਇੰਟਰਸਟਿੰਗ ਫੈਕਟਸ ਦੇ ਬਾਰੇ ਪਤਾ ਲੱਗਦਾ ਹੈ ਤੇ ਕਈ ਵੀਡੀਓਜ਼ ਦੇ ਵਿੱਚ ਅਸੀਂ ਤੁਹਾਨੂੰ ਕਈ ਕਹਾਣੀਆਂ ਬਾਰੇ ਵੀ ਦੱਸਦੇ ਹਾਂ ਜਿਸ ਨੂੰ ਦੇਖ ਕੇ ਤੁਹਾਨੂੰ ਕਾਫੀ ਸ਼ਖਸ ਦੇ ਬਾਰੇ ਪਤਾ ਲੱਗਦਾ ਹੈ ਤੇ ਉਹਨਾਂ ਦੇ ਕੀਤੇ ਹੋਏ ਘੁਟਾਲਿਆਂ ਬਾਰੇ, ਚਰਚਿਆਂ ਬਾਰੇ ਵੀ ਉਹਨਾਂ ਦਾ ਕਿੰਨਾ ਕੁ ਨਾਮ ਸੀ, ਕੀ ਕੁਛ ਉਹਨਾਂ ਨੇ ਕਾਰੇ ਕੀਤੇ ਨੇ ਤੇ ਕਈ ਕਹਾਣੀਆਂ ਐਸੀਆਂ ਹੁੰਦੀਆਂ ਨੇ ਜਿਸ ਨੂੰ ਦੇਖ ਕੇ ਤੁਹਾਨੂੰ ਇੱਕ ਸਿੱਖ ਵੀ ਮਿਲਦੀ ਹੈ ਕਿ ਕਿਵੇਂ ਇਸ ਚੀਜ਼ ਤੋਂ ਆਉਣ ਵਾਲੇ ਟਾਈਮ ਦੇ ਵਿੱਚ ਬਚਿਆ ਜਾ ਸਕਦਾ ਜੇ ਤੁਹਾਡੇ ਨਾਲ ਵੀ ਕੁਛ ਇੱਦਾਂ ਦੀ ਹਰਕਤ ਹੁੰਦੀ ਹੈ ਜਾਂ ਇੱਦਾਂ ਦੀ ਵਾਰਦਾਤਾਂ ਹੁੰਦੀਆਂ ਨੇ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ 1992 ਦੇ ਵਿੱਚ ਹੋਣ ਵਾਲੇ ਇੰਡੀਆ ਦੇ ਸਭ ਤੋਂ ਵੱਡੇ ਸ਼ੇਅਰ ਮਾਰਕੀਟ ਸਕੈਮ ਬਾਰੇ। ਇੱਕ ਸ਼ਖਸ ਨੇ ਇਹ ਸਕੈਮ ਕੀਤਾ ਸੀ ਜਿਸ ਨੂੰ ਉਸ ਟਾਈਮ ਦੇ ਵਿੱਚ ਇੰਡੀਆ ਦਾ ਅਮਿਤਾਭ ਬੱਚਨ ਵੀ ਕਿਹਾ ਜਾਂਦਾ ਸੀ ਸ਼ੇਅਰ ਮਾਰਕੀਟ ਦਾ, ਤੇ ਇਸ ਦੇ ਨਾਲ ਹੀ ਨਾਲ ਉਸਨੂੰ ਬਿਗ ਬੁੱਲ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਸੀ। ਮੈਂ ਗੱਲ ਕਰ ਰਿਹਾ ਜੀ ਹਰਸ਼ਦ ਮਹਿਤਾ ਦੀ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਉਸੇ ਦੇ ਕੀਤੇ ਹੋਏ 1992 ਦੇ ਸਕੈਮ ਬਾਰੇ ਗੱਲ ਕਰਾਂਗੇ ਕਿ ਕਿਵੇਂ ਉਸਨੇ ਇਸ ਸਕੈਮ ਦੇ ਵਿੱਚ ਪੈਰ ਰੱਖਿਆ, ਕਿਵੇਂ ਸ਼ੇਅਰ ਮਾਰਕੀਟ ਦੇ ਵਿੱਚ ਉਹ ਆਇਆ ਤੇ ਕੀ ਕੁਝ ਉਸਨੇ ਕੀਤਾ। ਹਰਸ਼ਦ ਮਹਿਤਾ ਨੇ ਬੰਬਈ ਦੇ ਲਾਲਾ ਲਾਜਪਤ ਰਾਏ ਕਾਲਜ ਦੇ ਵਿੱਚੋਂ ਆਪਣੀ ਬੀਕਾਮ ਕੰਪਲੀਟ ਕੀਤੀ ਤੇ ਕੰਪਲੀਟ ਕਰਨ ਤੋਂ ਬਾਅਦ ਉਸਨੇ ਕਾਫੀ ਕੰਪਨੀਆਂ ਦੇ ਵਿੱਚ ਟਰਾਈ ਕੀਤਾ, ਆਪਣਾ ਕੰਮ ਕਰਨਾ ਸ਼ੁਰੂ ਕੀਤਾ, ਪਰ ਉਸਦਾ ਜਿਹੜਾ ਇੰਟਰਸਟ ਸੀਗਾ ਉਹ ਸ਼ੇਅਰ ਮਾਰਕੀਟ ਦੇ ਵਿੱਚ ਸੀਗਾ, ਸ਼ੇਅਰ ਇੰਡਸਟਰੀ ਦੇ ਵਿੱਚ ਸੀਗਾ। ਉਸਨੇ ਕੀ ਕੀਤਾ, ਉਸ ਟਾਈਮ ਦੇ ਜਿਹੜੇ ਸ਼ੇਅਰ ਮਾਰਕੀਟ ਦੇ ਜਿਹੜੇ ਬ੍ਰੋਕਰ ਸੀਗੇ ਯਾਨੀ ਕਿ ਨੰਦ ਲਾਲ ਸੇਠ ਦੇ ਨਾਲ ਕੰਮ ਕਰਨਾ ਸ਼ੁਰੂ ਕੀਤਾ, ਅਸਿਸਟੈਂਟ ਬਣਿਆ ਉਹਨਾਂ ਦਾ ਤੇ ਉਹਨਾਂ ਤੋਂ ਗੁਰਮੰਤਰ ਲਏ ਕਿ ਕਿਵੇਂ ਕੋਈ ਕੰਮ ਜਿਹੜਾ ਸ਼ੁਰੂ ਕੀਤਾ ਜਾਵੇ ਸ਼ੇਅਰ ਮਾਰਕੀਟ ਦੇ ਵਿੱਚ। 1984 ਦੇ ਵਿੱਚ ਉਸਨੇ ਆਪਣੇ ਹੀ ਭਰਾ ਦੇ ਨਾਲ ਰਲ ਕੇ ਆਪਣੀ ਇੱਕ ਕੰਪਨੀ ਸ਼ੁਰੂ ਕੀਤੀ ਜਿਸ ਦਾ ਨਾਮ ਰੱਖਿਆ ਸੀ ਗਰੋ ਮੋਰ ਰਿਸਰਚ ਐਂਡ ਐਸੈਟ ਮੈਨੇਜਮੈਂਟ ਅਤੇ ਉਸ ਤੋਂ ਇਲਾਵਾ ਉਸਨੇ BSC ਕੰਪਨੀ ਦਾ ਬ੍ਰੋਕਰ ਵੀ ਬਣਿਆ, ਯਾਨੀ ਕਿ BSC ਕੰਪਨੀ ਦਾ ਬ੍ਰੋਕਰ ਬਣ ਕੇ ਉਸਨੇ ਸ਼ੇਅਰ ਮਾਰਕੀਟ ਕੰਪਨੀ ਦੇ ਵਿੱਚ ਵੀ ਇਸ ਇੰਡਸਟਰੀ ਦੇ ਵਿੱਚ ਵੀ ਸਟੈਪ ਇਨ ਕਰ ਲਿਆ, ਉਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਸਨੇ। ਹੁਣ ਦੋਸਤੋ ਉਸ ਟਾਈਮ ਕੀ ਹੁੰਦਾ ਸੀ ਕਿ ਜਿਹੜੇ ਬੈਂਕ ਹੁੰਦੇ ਸੀ ਉਹ ਦੂਸਰੇ ਬੈਂਕ ਤੋਂ ਇੱਕ ਸ਼ਾਰਟ ਟਰਮ ਲੋਨ ਲੈ ਲੈਂਦੇ ਸੀ ਜਿਸ ਨੂੰ ਉਹ ਰੈਡੀ ਫਾਰਵਰਡ ਡੀਲਸ ਕਹਿ ਦਿੰਦੇ ਸੀਗੇ। ਹੁਣ ਇਹ ਡੀਲਸ ਕੀ ਹੁੰਦੇ ਮੈਂ ਤੁਹਾਨੂੰ ਸਮਝਾਉਣਾ। ਮੰਨ ਲਓ ਇੱਕ ਬੈਂਕ ਨੂੰ ਲੋੜ ਹੈ ਪੈਸਿਆਂ ਦੀ, ਉਹ ਕੀ ਕਰਦਾ ਸੀ ਦੂਸਰੇ ਬੈਂਕ ਨੂੰ ਕੁਝ ਸਿਕਿਉਰਿਟੀਜ਼ ਦੇ ਦਿੰਦੇ ਸੀ, ਕੁਝ ਕਾਗਜ਼ ਦੇ ਦਿੰਦਾ ਸੀਗਾ ਤੇ ਉਹਨਾਂ ਤੋਂ ਪੈਸੇ ਲੈ ਲੈਂਦਾ ਸੀਗਾ। ਕੁਛ ਟਾਈਮ ਬਾਅਦ ਉਸ ਨੂੰ ਬਣਦੇ ਵਿਆਜ ਸਮੇਤ, ਉਸਦੇ ਇੰਟਰਸਟ ਸਮੇਤ ਉਸ ਨੂੰ ਉਹ ਜਿਹੜਾ ਪੈਸਾ ਵਾਪਸ ਕਰ ਦਿੰਦਾ ਸੀ ਤੇ ਉਸ ਬੈਂਕ ਤੋਂ ਜਿੱਥੋਂ ਉਹਨਾਂ ਨੇ ਪੈਸੇ ਲਏ ਹੁੰਦੇ ਨੇ ਉਹਨਾਂ ਨੂੰ ਪੈਸਾ ਦੇ ਕੇ ਆਪਣੀ ਜਿਹੜੀ ਸਿਕਿਉਰਿਟੀ ਸੀ ਉਹ ਵਾਪਸ ਲੈ ਲੈਂਦਾ ਸੀ। ਸਾਫ਼ ਤੌਰ ਤੇ ਜੇ ਗੱਲ ਕਰੀਏ, ਆਪਾਂ ਨੂੰ ਕਈ ਵਾਰ ਜਦ ਪੈਸਿਆਂ ਦੀ ਲੋੜ ਹੁੰਦੀ ਆਪਾਂ ਕੀ ਕਰਦੇ ਹਾਂ, ਆਪਣੇ ਗਹਿਣੇ ਵੇਚ ਕੇ ਯਾਨੀ ਕਿ ਇੱਕ ਸੁਨਿਆਰੇ ਕੋਲ ਜਾਂਦੇ ਹਾਂ, ਜਵੈਲਰ ਕੋਲ ਜਾਂਦੇ ਹਾਂ, ਉਸ ਕੋਲ ਜਿਹੜੇ ਆਪਣੇ ਗਹਿਣੇ ਨੇ ਉਹ ਆਪਾਂ ਨੂੰ ਗਿਰਵੀ ਰੱਖ ਦਿੰਦੇ ਹਾਂ, ਉਸ ਨੂੰ ਸੁਨਿਆਰੇ ਨੂੰ ਵੇਚ ਦਿੰਦੇ ਹਾਂ ਤੇ ਉਸ ਤੋਂ ਪੈਸੇ ਲੈ ਲੈਂਦੇ ਹਾਂ। ਕੁਛ ਟਾਈਮ ਬਾਅਦ ਜਦ ਜੋ ਸਾਡਾ ਟਾਈਮ ਪੀਰੀਅਡ ਹੁੰਦਾ ਹੈ ਉਸ ਟਾਈਮ ਤੋਂ ਬਾਅਦ ਜਿਹੜਾ ਬਣਦਾ ਵਿਆਜ ਹੁੰਦਾ, ਵਿਆਜ ਸਮੇਤ ਅਸੀਂ ਪੈਸੇ ਉਸ ਨੂੰ ਜਵੈਲਰ ਜਿਹੜਾ ਹੁੰਦਾ ਉਸ ਨੂੰ ਆਪਾਂ ਵਾਪਸ ਕਰ ਦਿੰਦੇ ਹਾਂ ਸੁਨਿਆਰੇ ਨੂੰ, ਤਾਂ ਉਸ ਤੋਂ ਜਿਹੜੇ ਆਪਣੇ ਗਹਿਣੇ ਨੇ ਉਹ ਆਪਾਂ ਵਾਪਸ ਲੈ ਲੈਂਦੇ ਹਾਂ। ਕੁਛ ਇਹੀ ਚੀਜ਼ ਹੁੰਦੀ ਹੈ ਰੈਡੀ ਫਾਰਵਰਡ ਡੀਲਸ ਦੇ ਵਿੱਚ ਜੋ ਕਿ ਬੈਂਕਾਂ ਦੇ ਲਈ ਇੱਕ ਸ਼ਾਰਟ ਟਰਮ ਲੋਨ ਦੇ ਵਾਂਗ ਵੀ ਕੰਮ ਕਰਦੀ ਹੈ। ਰੈਡੀ ਫਾਰਵਰਡ ਡੀਲ ਦੇ ਵਿੱਚ ਬ੍ਰੋਕਰ ਦਾ ਕੰਮ ਇੱਕ ਦਲਾਲ ਵਾਂਗ ਹੁੰਦਾ ਹੈ ਤੇ ਹਰਸ਼ਦ ਮਹਿਤਾ ਦਾ ਕੰਮ ਵੀ ਇਹੀ ਸੀ ਕਿ ਜਿਹੜੇ ਬੈਂਕਾਂ ਨੂੰ ਫਰਦਾਂ ਦੀ ਲੋੜ ਹੈ ਯਾਨੀ ਕਿ ਜਿਹੜੇ ਬੈਂਕਾਂ ਨੂੰ ਗਵਰਨਮੈਂਟ ਸਿਕਿਉਰਿਟੀਜ਼ ਦੀ ਲੋੜ ਹੈ ਉਹ ਕੀ ਕਰਦਾ ਸੀਗਾ, ਉਹਨਾਂ ਬੈਂਕਾਂ ਦੇ ਲਈ ਬਾਇਰਸ ਲੱਭਦਾ ਸੀ ਤੇ ਜਿਹੜੇ ਬੈਂਕਾਂ ਨੂੰ ਪੈਸਿਆਂ ਦੀ ਲੋੜ ਸੀ ਜਾਂ ਪੈਸਿਆਂ ਦੀ ਲੋੜ ਸੀ ਗਵਰਨਮੈਂਟ ਸਿਕਿਉਰਿਟੀ ਜਿਨ੍ਹਾਂ ਨੇ ਵੇਚਣੀਆਂ ਸੀ ਉਹਨਾਂ ਵਾਸਤੇ ਉਹ ਫਰਦਾਂ ਅਰੇਂਜ ਕਰਕੇ ਦਿੰਦਾ ਸੀ, ਉਹਨਾਂ ਤੋਂ ਪੈਸੇ ਲੈ ਲੈਂਦਾ ਸੀ। ਯਾਨੀ ਕਿ ਜਿਹਨੂੰ ਬਾਇਰਸ ਦੀ ਲੋੜ ਹੈ ਉਹਨੂੰ ਬਾਇਰ ਲੈ ਕੇ ਦਿੰਦਾ ਸੀ ਤੇ ਜਿਹਨੂੰ ਸੈਲਰ ਦੀ ਲੋੜ ਸੀ ਉਹਨੂੰ ਸੈਲਰ ਲੈ ਕੇ ਦਿੰਦਾ ਸੀ। ਉਹ ਕੁਛ ਇਸੇ ਤਰ੍ਹਾਂ ਕੰਮ ਕਰਦਾ ਆਪਣੀ ਇਸ ਇੰਡਸਟਰੀ ਦੇ ਵਿੱਚ ਕਰਦਾ ਰਿਹਾ। ਉਸ ਤੋਂ ਬਾਅਦ ਕੀ ਸੀ, ਹੁਣ ਦੋਸਤੋ ਇੰਡੀਆ ਹੈ, ਇੰਡੀਆ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਕਿ ਕਾਫੀ ਕੰਮਾਂ ਦੇ ਵਿੱਚ 2 ਨੰਬਰੀ ਕੰਮ ਜ਼ਰੂਰ ਹੁੰਦੇ ਨੇ ਤੇ ਹਰਸ਼ਦ ਮਹਿਤਾ ਦਾ ਦਿਮਾਗ ਇੰਨਾ ਕੁ ਸੀਗਾ ਕਿ ਉਹ ਇਹ 2 ਨੰਬਰੀ ਕੰਮਾਂ ਨੂੰ ਬੜੇ ਬਾਖੂਬੀ ਜਾਣਦਾ ਸੀ। ਹੁਣ ਮੰਨ ਲਓ 4 ਬੈਂਕ ਨੇ ਯਾਨੀ ਕਿ ABCD। ਹਰਸ਼ਦ ਮਹਿਤਾ ਦਾ ਕੰਮ ਕੀ ਸੀ, ਉਹ A ਬੈਂਕ ਤੋਂ ਕਹੂ ਕੇ ਉਹਨਾਂ ਤੋਂ ਸਿਕਿਉਰਿਟੀਜ਼ ਲੈ ਲੈਂਦਾ ਸੀਗਾ ਕਿ ਤੁਹਾਨੂੰ ਮੈਂ ਇੰਨੇ ਟਾਈਮ ਦੇ ਵਿੱਚ ਤੁਹਾਡੇ ਬਣਦੇ ਪੈਸੇ ਦੇ ਦੂੰਗਾ, ਉਹਨਾਂ ਤੋਂ ਕੁਝ ਸਮਾਂ ਲੈ ਲੈਂਦਾ ਸੀਗਾ। ਤੇ B ਬੈਂਕ ਤੋਂ ਉਹ ਪੈਸੇ ਲੈ ਲੈਂਦਾ ਸੀਗਾ ਉਹਨਾਂ ਨੂੰ ਇਹ ਕਹਿ ਕੇ ਕਿ ਤੁਹਾਨੂੰ ਮੈਂ ਸਿਕਿਉਰਿਟੀਜ਼ ਲੱਭ ਕੇ ਦਊਂਗਾ, ਯਾਨੀ ਕਿ ਉਹਨਾਂ ਤੋਂ ਵੀ ਦੋਨਾਂ ਬੈਂਕਾਂ ਤੋਂ ਕੁਝ ਸਮਾਂ ਲੈ ਲੈਂਦਾ ਸੀਗਾ ਤੇ ਜਿਹੜਾ ਆਪਣਾ ਪੈਸਾ ਸੀਗਾ ਤੇ ਸਿਕਿਉਰਿਟੀ ਸੀ ਆਪਣੇ ਕੋਲ ਰੱਖ ਲੈਂਦਾ ਸੀਗਾ। ਕੁਝ ਸਮੇਂ ਬਾਅਦ ਜਦ ਉਹ ਬੈਂਕ ਯਾਨੀ ਕਿ A ਬੈਂਕ ਆਪਣੇ ਪੈਸੇ ਦੀ ਡਿਮਾਂਡ ਕਰਦਾ ਸੀ ਤਾਂ ਉਹ ਉਸੇ ਤਰ੍ਹਾਂ ਦੇ ਕੋਈ ਹੋਰ ਬੈਂਕ ਯਾਨੀ ਕਿ C ਜਾਂ D ਬੈਂਕ ਤੋਂ ਇਹੀ ਚੀਜ਼ ਕਹਿ ਕੇ ਫਰਦਾਂ ਜਾਂ ਗਵਰਨਮੈਂਟ ਸਿਕਿਉਰਿਟੀਜ਼ ਕਹਿ ਕੇ ਉਹਨਾਂ ਤੋਂ ਪੈਸੇ ਲੈ ਲੈਂਦਾ ਸੀਗਾ ਤੇ A ਬੈਂਕ ਨੂੰ ਵਾਪਸ ਮੋੜ ਦਿੰਦਾ ਸੀਗਾ। ਹੁਣ ਮੈਂ ਇਹਨੂੰ ਵੀ ਸਿੰਪਲ ਕਰ ਦੇਣਾ। ਮੰਨ ਲਓ ਮੇਰੇ 2 ਯਾਰ ਦੋਸਤ ਨੇ, ਉਹਨਾਂ ਤੋਂ ਮੈਂ ਇੱਕ ਪੈਸੇ ਮੰਗਣੇ ਨੇ, ਮੈਨੂੰ ਪੈਸਿਆਂ ਦੀ ਲੋੜ ਹੈ, ਮੈਨੂੰ 6000 ਦੀ ਲੋੜ ਸੀ ਤਾਂ ਮੈਂ ਇੱਕ ਦੋਸਤ ਤੋਂ 6000 ਮੰਗਿਆ। ਕੁਝ ਸਮੇਂ ਬਾਅਦ ਉਸਨੇ ਮੇਰੇ ਤੋਂ ਪੈਸੇ ਵਾਪਸ ਮੰਗੇ ਤਾਂ ਮੈਂ ਕੀ ਕੀਤਾ, ਆਪਣੇ ਦੂਸਰੇ ਯਾਰ ਦੋਸਤ ਨੂੰ, ਦੂਸਰੇ ਮਿੱਤਰ ਨੂੰ ਫੋਨ ਕੀਤਾ ਤਾਂ ਉਸ ਤੋਂ 6000 ਰੁਪਇਆ ਲਿਆ ਤਾਂ ਆਪਣੇ ਪਹਿਲੇ ਦੋਸਤ ਨੂੰ ਮੋੜਤਾ।
ਹੁਣ ਜਦੋਂ ਇਸ ਦੋਸਤ ਨੂੰ ਦੂਸਰੇ ਦੋਸਤ ਨੂੰ ਮੈਨੂੰ ਪੈਸਿਆਂ ਦੀ ਲੋੜ ਪਈ ਤਾਂ ਮੈਂ ਕੀ ਕੀਤਾ, ਆਪਣੇ ਕਿਸੇ ਹੋਰ ਦੋਸਤ ਨੂੰ ਫੋਨ ਕੀਤਾ ਤੇ ਉਸ ਤੋਂ ਪੈਸੇ ਲਏ। ਯਾਨੀ ਕਿ ਇਦਾਂ ਹੀ ਚੇਨ ਬਣੀ ਰਹੀ ਤੇ ਜਿਹੜੇ ਪੈਸੇ ਉਹਦੇ ਕੋਲ ਹੁੰਦੇ ਸੀ, ਉਹਦੀ ਜੇਬ ਦੇ ਵਿੱਚ ਹੁੰਦੇ ਸੀ, ਉਹ ਬਰਕਰਾਰ ਹੁੰਦੇ ਸੀ। ਉਹ ਕੀ ਕਰਦਾ ਸੀ, ਉਹਨਾਂ ਪੈਸਿਆਂ ਨੂੰ ਸ਼ੇਅਰ ਮਾਰਕੀਟ ਦੇ ਵਿੱਚ ਇਨਵੈਸਟ ਕਰਨਾ ਉਸਨੇ ਸ਼ੁਰੂ ਕਰ ਦਿੱਤਾ। ਉਹ ਸ਼ੇਅਰ ਮਾਰਕੀਟ ਦੇ ਵਿੱਚ ਜਿਹੜੇ ਪ੍ਰਾਈਸ ਅਪ ਹੁੰਦੇ ਸੀ, ਮੈਨੀਪੂਲੇਟ ਹੁੰਦੇ ਸੀ, ਉਹਨਾਂ ਵਿੱਚ ਇਹਨਾਂ ਪੈਸਿਆਂ ਨੂੰ ਵਰਤਦਾ ਹੁੰਦਾ ਸੀਗਾ। ਦੋਸਤੋ ਉਸ ਸਮੇਂ RBI ਯਾਨੀ ਕਿ ਰਿਜ਼ਰਵ ਬੈਂਕ ਆਫ ਇੰਡੀਆ ਦਾ ਇੱਕ ਬਹੁਤ ਵੱਡਾ ਰੂਲ ਸੀਗਾ। ਬੈਂਕਾਂ ਨੂੰ ਸਖਤ ਹਦਾਇਤਾਂ ਸੀ ਕਿ ਤੁਸੀਂ ਕੋਈ ਵੀ ਜਿਹੜਾ ਚੈੱਕ ਇਸ਼ੂ ਕਰੋਗੇ ਉਹ ਡਾਇਰੈਕਟ ਦੂਸਰੇ ਬੈਂਕ ਦੇ ਨਾਮ ਤੋਂ ਹੋਣਾ ਚਾਹੀਦਾ। ਪਰ ਹਰਸ਼ਦ ਮਹਿਤਾ ਕੀ ਕਰਦਾ ਸੀਗਾ, ਉਸਦਾ ਨਾਮ ਬਹੁਤ ਬਣਾ ਲਿਆ ਸੀ ਉਸਨੇ। ਉਹ ਬੈਂਕਾਂ ਤੋਂ ਜਿਹੜਾ ਚੈੱਕ ਸੀਗਾ ਉਹ ਆਪਣੇ ਨਾਮ ਤੇ ਕਟਾਉਂਦਾ ਸੀ, ਕਿਉਂਕਿ ਬੈਂਕਾਂ ਵੀ ਕਈ ਕਹਿੰਦੀਆਂ ਸੀਗੀਆਂ ਕਿ ਜਿਹੜਾ ਅਸੀਂ ਡੀਲ ਆ ਉਹ ਅਸੀਂ ਹਰਸ਼ਦ ਮਹਿਤਾ ਦੇ ਥਰੂ ਕਰ ਰਹੇ ਹਾਂ, ਇਸ ਕਰਕੇ ਕਾਫੀ ਜਿਹੜੇ ਚੈੱਕ ਸੀ ਉਹ ਹਰਸ਼ਦ ਮਹਿਤਾ ਨੂੰ ਹੀ ਦਿੱਤੇ ਜਾਂਦੇ ਸੀਗੇ। ਹਾਲਾਂਕਿ ਕਈ ਬੈਂਕ ਐਸੇ ਵੀ ਸੀ ਜਿਨ੍ਹਾਂ ਨੂੰ ਇਹ ਵੀ ਨਹੀਂ ਸੀ ਪਤਾ ਹੁੰਦਾ ਕਿ ਜਿਹੜਾ ਸਾਡਾ ਪੈਸਾ ਆ ਉਹ ਕਿਹੜੇ ਬੈਂਕ ਦੇ ਵਿੱਚ ਰੱਖਿਆ ਗਿਆ ਹੈ, ਕਿਹੜੇ ਬੈਂਕ ਦੇ ਵਿੱਚ ਇਨਵੈਸਟ ਕੀਤਾ ਜਾ ਰਿਹਾ। ਹੁਣ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜੇ ਮੈਂ ਗਵਰਨਮੈਂਟ ਸਿਕਿਉਰਿਟੀਜ਼ ਦੀ ਗੱਲ ਕਰਦਾ, ਗਵਰਨਮੈਂਟ ਸਿਕਿਉਰਿਟੀਜ਼ ਦੇ ਵਿੱਚ ਦਰਅਸਲ ਹੁੰਦਾ ਕਿਸੇ ਇੱਕ ਬੈਂਕ ਰਿਸਿਪਟ ਹੁੰਦੀ ਹੈ ਜਿਸ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਇਸ ਬੈਂਕ ਨੇ ਤੁਹਾਡੇ ਤੋਂ ਸਿਕਿਉਰਿਟੀਜ਼ ਇਹਨੂੰ ਮਿਲ ਚੁੱਕੀਆਂ ਨੇ ਤੇ ਇਸਨੇ ਜਿਹੜਾ ਆਪਣੇ ਜਿਹੜੇ ਬੰਦੇ ਨੂੰ ਪੈਸੇ ਦੇਣੇ ਸੀ ਉਸਨੇ ਜਿਹੜੇ ਪੈਸੇ ਉਸਨੂੰ ਦੇ ਦਿੱਤੇ ਨੇ, ਯਾਨੀ ਕਿ ਇੱਕ ਰਸੀਦ ਹੁੰਦੀ ਸੀ, ਬੈਂਕ ਰਸੀਦ। ਹੁਣ ਹਰਸ਼ਦ ਮਹਿਤਾ ਨੇ ਕੀ ਕੀਤਾ, ਕਈ ਬੈਂਕਾਂ ਦੀ ਮਦਦ ਦੇ ਨਾਲ ਫੇਕ ਰਸੀਦਾਂ ਤਿਆਰ ਕੀਤੀਆਂ। ਜੋ ਉਸਨੇ ਨਾਮ ਕਮਾਇਆ ਸੀ, ਇੱਕ ਬਹੁਤ ਵੱਡਾ ਭਰੋਸਾ ਜਿੱਤਿਆ ਸੀ, ਉਸਨੇ ਉਸ ਦਾ ਯੂਜ਼ ਕਰਨਾ ਸ਼ੁਰੂ ਕੀਤਾ। ਉਸਨੇ ਫੇਕ ਰਸੀਦਾਂ ਬਣਾਈਆਂ ਤੇ ਹੁਣ ਜਿਸ ਵੀ ਬੈਂਕ ਦੇ ਵਿੱਚ ਜਾ ਕੇ ਉਹ ਜਿਸ ਬੈਂਕ ਨੂੰ ਗਵਰਨਮੈਂਟ ਸਿਕਿਉਰਿਟੀ ਦੀ ਲੋੜ ਹੁੰਦੀ ਸੀ ਉਹਨਾਂ ਨੂੰ ਉਹ ਬੈਂਕ ਰਸੀਦ ਦੇ ਦਿੰਦਾ ਸੀ ਤੇ ਉਹਨਾਂ ਤੋਂ ਪੈਸਾ ਲੈ ਲੈਂਦਾ ਸੀ। ਇਸੇ ਕਰਕੇ ਉਸਨੇ ਕਾਫੀ ਬੈਂਕਾਂ ਨਾਲ ਕੰਟੈਕਟ ਕੀਤਾ, ਆਪਣੇ ਕੰਟੈਕਟ ਵਧਾਉਣੇ ਸ਼ੁਰੂ ਕੀਤੇ, ਕਾਫੀ ਬੈਂਕਾਂ ਤੋਂ ਜਿਹੜੇ ਸੀਗੇ ਪੈਸੇ ਲਏ ਤੇ ਉਹਨਾਂ ਪੈਸਿਆਂ ਦੇ ਬਦਲੇ ਉਸਨੂੰ ਬੈਂਕ ਫੇਕ ਬੈਂਕ ਰਿਸਿਪਟ ਜਿਹੜੀ ਦਿੰਦਾ ਰਿਹਾ ਤੇ ਜਿਹੜਾ ਉਹ ਪੈਸਾ ਸੀਗਾ ਉਹ ਸ਼ੇਅਰ ਮਾਰਕੀਟ ਦੇ ਵਿੱਚ ਇਨਵੈਸਟ ਉਸਨੇ ਕਰਦਾ ਰਿਹਾ, ਜਿਸ ਦੇ ਵਿੱਚ ਕਾਫੀ ਵਾਧਾ ਵੀ ਦੇਖਣ ਨੂੰ ਮਿਲਿਆ। ਹਾਲਾਂਕਿ ਸਭ ਤੋਂ ਵੱਡੀ ਐਗਜ਼ਾਮਪਲ ਉਸਦੀ ਹੈ ਕਿ ACC ਕੰਪਨੀ ਦਾ ਜਿਹੜਾ ਪ੍ਰਾਈਸ ਰੇਂਜ ਸੀਗਾ ਉਸਨੇ 2000 ਤੋਂ 9000 ਤੱਕ ਕਰ ਦਿੱਤਾ ਸੀਗਾ, ਜਿਸ ਤੋਂ ਬਾਅਦ ਕਾਫੀ ਲੋਕ ਨੇ ਜਿਹੜੇ ਨਵੇਂ ਲੋਕ ਸੀਗੇ ਉਹ ਸ਼ੇਅਰ ਮਾਰਕੀਟ ਦੇ ਵਿੱਚ ਜੁੜੇ ਸੀ, ਉਹਨਾਂ ਨੇ ਵੀ ਆਪਣਾ ਪੈਸਾ ਇਨਵੈਸਟ ਕਰਨਾ ਸ਼ੁਰੂ ਕੀਤਾ। ਉਹਨਾਂ ਨੂੰ ਵੀ ਲੱਗਾ ਕਿ ਇਸ ਚੀਜ਼ ਦੇ ਵਿੱਚ ਬਹੁਤ ਫਾਇਦਾ ਹੈ। ਪਰ ਕੁਝ ਸਮੇਂ ਬਾਅਦ ਜਦ ਸ਼ੇਅਰ ਮਾਰਕੀਟ ਦੇ ਵਿੱਚ ਕਾਫੀ ਵੱਡੀ ਗਿਰਾਵਟ ਆਈ ਤਾਂ ਹਰਸ਼ਦ ਮਹਿਤਾ ਨੂੰ ਵੀ ਇੱਕ ਬਹੁਤ ਵੱਡਾ ਨੁਕਸਾਨ ਹੋਇਆ ਪੈਸਿਆਂ ਦਾ। ਹੁਣ ਆਮ ਜੀ ਗੱਲ ਹੈ, ਜਦ ਇੱਕ ਬੈਂਕ ਪੈਸਾ ਡਿਮਾਂਡ ਕਰਦਾ ਸੀ, ਜਦ ਤੱਕ ਉਹਦੀ ਪ੍ਰੋਫਿਟ ਚੱਲ ਰਿਹਾ ਸੀਗਾ ਤਾਂ ਹਰਸ਼ਦ ਮਹਿਤਾ ਬੜਾ ਚੰਗਾ ਕੰਮ ਚੱਲ ਰਿਹਾ ਸੀ ਉਸਦਾ, ਉਹ ਪ੍ਰੋਫਿਟ ਵਾਲੇ ਪੈਸੇ ਹੀ ਬੈਂਕਾਂ ਨੂੰ ਵਾਪਸ ਕਰਦਾ ਰਿਹਾ ਤਾਂ ਉਹਦਾ ਜਿਹੜਾ ਸਰਕਲ ਸੀ, ਇਦਾਂ ਹੀ ਜਿਹੜੀ ਚੇਨ ਸੀ ਉਹ ਚੱਲਦੀ ਰਹੀ। ਪਰ ਜਦ ਗਿਰਾਵਟ ਆਈ ਤਾਂ ਉਸਨੂੰ ਪੈਸੇ ਮੋੜਨੇ ਬਹੁਤ ਮੁਸ਼ਕਲ ਹੋਏ, ਕਾਫੀ ਮੁਸ਼ਕਲ ਆਈ ਤਾਂ ਕਾਫੀ ਬੈਂਕਾਂ ਨੇ ਜਦੋਂ ਉਸ ਤੋਂ ਡਿਮਾਂਡ ਕੀਤੀ ਕਿ ਸਾਨੂੰ ਸਾਡਾ ਪੈਸਾ ਦਿੱਤਾ ਜਾਵੇ ਤਾਂ ਹੋਇਆ ਕਿ ਉਹ ਪੈਸਾ ਨਹੀਂ ਦੇ ਪਾਇਆ। ਕਾਫੀ ਬੈਂਕਾਂ ਨੇ ਜਦ ਗਿਰਾਵਟ ਆਈ ਤਾਂ ਉਸ ਤੋਂ ਪੈਸਾ ਮੰਗਣਾ ਸ਼ੁਰੂ ਕੀਤਾ, ਪਰ ਪੈਸਾ ਨਾ ਹੋਣ ਦੇ ਕਾਰਨ ਉਹ ਪੈਸਾ ਨਹੀਂ ਦੇ ਪਾਉਂਦਾ ਸੀਗਾ ਤੇ 23 ਅਪ੍ਰੈਲ ਸਨ 1992 ਵਾਲੇ ਦਿਨ ਟਾਈਮਜ਼ ਆਫ ਇੰਡੀਆ ਦੇ ਇੱਕ ਪੱਤਰਕਾਰ ਨੇ ਉਸਦੇ ਖਿਲਾਫ ਇੱਕ ਆਰਟੀਕਲ ਛਾਪਿਆ ਜਿਸ ਦੇ ਵਿੱਚ ਉਸਦੇ ਸਾਰੇ ਕਾਲੇ ਚਿੱਟੇ ਖੋਲ ਕੇ ਰੱਖਤੇ। ਉਸ ਤੋਂ ਬਾਅਦ ਹਰਸ਼ਦ ਮਹਿਤਾ ਕਾਫੀ ਚਰਚਾ ਦੇ ਵਿੱਚ ਰਿਹਾ, ਸੁਰਖੀਆਂ ਦੇ ਵਿੱਚ ਰਿਹਾ, ਸਕੈਮ ਸਾਰੇ ਜਿਹੜੇ ਖਬਰਾਂ ਦੇ ਵਿੱਚ ਫਰੰਟ ਲਾਈਨ ਦੇ ਵਿੱਚ ਸਿਰਫ ਹਰਸ਼ਦ ਮਹਿਤਾ ਹੁੰਦੀ ਸੀ, ਕਿਉਂਕਿ ਸ਼ੇਅਰ ਮਾਰਕੀਟ ਦਾ ਅਮਿਤਾਭ ਬੱਚਨ ਕਿਹਾ ਜਾਂਦਾ ਸੀ ਉਸਨੂੰ। ਲੋਕ ਉਸਨੂੰ ਬੜਾ ਚੰਗਾ ਸਮਝਦੇ ਹੁੰਦੇ ਸੀਗੇ, ਪਰ ਉਸਦੀ ਖਬਰ ਸੁਣ ਕੇ ਕਾਫੀ ਬੈਂਕਾਂ ਨੇ ਵੀ ਉਸ ਤੋਂ ਪੈਸੇ ਮੰਗਣੇ ਸ਼ੁਰੂ ਕੀਤੇ। ਸਰਕਾਰੀ ਰਿਕਾਰਡਾਂ ਦੇ ਹਿਸਾਬ ਨਾਲ ਜੇ ਗੱਲ ਕਰੀਏ ਤਾਂ 3 ਤੋਂ 4000 ਕਰੋੜ ਦਾ ਜਿਹੜਾ ਬੈਂਕਾਂ ਨੂੰ ਨੁਕਸਾਨ ਉਸ ਟਾਈਮ ਦੇਖਣਾ ਪਿਆ ਸੀ ਹਰਸ਼ਦ ਮਹਿਤਾ ਕਰਕੇ। ਤੇ ਜਿਨ੍ਹਾਂ ਵਿੱਚੋਂ ਇੱਕ ਵਿਜੇ ਬੈਂਕ ਸੀ ਜਿਸ ਦੇ ਚੇਅਰਮੈਨ ਨੇ ਜਦ ਇਹ ਖਬਰ ਸੁਣੀ ਕਿ ਜਿਨ੍ਹਾਂ ਦੇ ਨਾਮ ਤੇ ਉਹ ਜਿਹੜਾ ਰਸੀਦਾਂ ਕੱਟਦਾ ਹੁੰਦਾ ਸੀਗਾ ਉਹ ਬੰਦਾ ਫਰਾਡ ਨਿਕਲਿਆ ਤਾਂ ਉਸਨੇ ਉਸੇ ਟਾਈਮ ਉਹ ਖਬਰ ਸੁਣਨ ਤੋਂ ਬਾਅਦ ਸੁਸਾਈਡ ਕਰ ਲਿਆ। ਦੋਸਤੋ ਉਹਦੀ ਜਿਹੜੀ ਟੈਕਨੀਕ ਸੀ ਉਹ ਕਿਵੇਂ ਲੋਕਾਂ ਨਾਲ ਡੀਲ ਕਰਦਾ ਸੀ ਇਹ ਬਿਲਕੁਲ ਨਹੀਂ ਕਿਸੇ ਨੂੰ ਪਤਾ ਸੀ, ਪਰ ਜਦ ਇਹ ਖਬਰ ਮੂਹਰੇ ਆਈ ਤਾਂ ਲੋਕਾਂ ਨੂੰ ਵੀ ਪਤਾ ਲੱਗਣ ਲੱਗਾ ਕਿ ਹਰਸ਼ਦ ਮਹਿਤਾ ਕੀ ਚੀਜ਼ ਸੀ ਅਸਲ ਦੇ ਵਿੱਚ ਤੇ ਉਹਨੇ ਕਿਵੇਂ ਇਹ ਸਟਾਕ ਮਾਰਕੀਟ ਦੇ ਵਿੱਚ ਸ਼ੇਅਰ ਮਾਰਕੀਟ ਦੇ ਵਿੱਚ ਆਪਣਾ ਪੈਸਾ ਲਗਾਇਆ, 2 ਨੰਬਰੀ ਪੈਸਾ ਲਗਾਇਆ, ਲੋਕਾਂ ਨੂੰ ਗਲਤ ਫਰਦਾ ਦੇ ਕੇ ਰਸੀਦਾਂ ਦੇ ਕੇ ਉਹਨਾਂ ਤੋਂ ਪੈਸਾ ਲੈ ਲੈਂਦਾ ਸੀ, ਉਹਨਾਂ ਨੂੰ ਗਲਤ ਗਵਰਨਮੈਂਟ ਸਿਕਿਉਰਿਟੀਜ਼ ਦਿੰਦਾ ਸੀ। CBI ਨੇ 9 ਨਵੰਬਰ ਸਨ 1992 ਵਾਲੇ ਦਿਨ ਹਰਸ਼ਦ ਮਹਿਤਾ ਨੂੰ ਗ੍ਰਿਫਤਾਰ ਕੀਤਾ ਤੇ ਜਿਸ ਦੇ ਉੱਤੇ 600 ਜਿਹੜੇ ਸਿਵਲ ਐਕਸ਼ਨ ਸੂਟ ਸੀ ਲਗਾਏ ਗਏ ਤੇ 70 ਤੋਂ ਵੱਧ ਜਿਹੜੇ ਸੀ ਕ੍ਰਿਮੀਨਲ ਕੇਸਿਸ ਲਗਾਏ ਗਏ ਤੇ ਉਸਨੂੰ ਥਾਣੇ ਸ਼ਹਿਰ ਦੇ ਵਿੱਚ ਰੱਖਿਆ ਗਿਆ, ਜੇਲ੍ਹ ਦੇ ਵਿੱਚ ਰੱਖਿਆ ਗਿਆ। ਇੱਕ ਦਿਨ ਉਸਦੀ ਸਿਹਤ ਖਰਾਬ ਹੁੰਦੀ ਹੈ, ਬੋਡੀ ਦੇ ਵਿੱਚ ਕੁਝ ਪੇਨ ਹੁੰਦੀ ਹੈ, ਉਸਨੂੰ ਅਟੈਕ ਵਾਂਗ ਹੁੰਦਾ ਹੈ ਤਾਂ ਉਸਨੂੰ ਥਾਣੇ ਸ਼ਹਿਰ ਦੇ ਵਿੱਚ ਪੈਂਦੇ ਹੀ ਜਿਹੜਾ ਸਿਵਲ ਹਸਪਤਾਲ ਸੀ ਉਸ ਦੇ ਵਿੱਚ ਲਿਜਾਇਆ ਜਾਂਦਾ ਹੈ ਤੇ ਉੱਥੇ ਰੱਖਿਆ ਜਾਂਦਾ ਹੈ, ਕਾਫੀ ਇਲਾਜ ਚੱਲਦਾ ਹੈ ਤੇ 31 ਦਸੰਬਰ ਵਾਲੇ ਦਿਨ ਉਸਦੀ ਜਿਹੜੀ ਬੋਡੀ ਸੀ ਉਹ ਕਾਫੀ ਵੀਕ ਹੁੰਦੀ ਹੈ। 1 ਜਨਵਰੀ ਯਾਨੀ ਕਿ ਨਵੇਂ ਸਾਲ ਵਾਲੇ ਦਿਨ ਸਵੇਰੇ 12:30 ਵਜੇ ਦੇ ਕਰੀਬ ਉਸਦੀ ਜਿਹੜੀ ਡੈਥ ਹੋ ਜਾਂਦੀ ਹੈ। ਦੋਸਤੋ ਹਰਸ਼ਦ ਮਹਿਤਾ ਦੀ ਜੇ ਮੈਂ ਗੱਲ ਕਰਾਂ ਤਾਂ ਉਹਨੇ ਕੋਈ ਬਾਲੀਵੁੱਡ ਜਾਂ ਹਾਲੀਵੁੱਡ ਐਕਟਰਸ ਤੋਂ ਘੱਟ ਕੋਈ ਜ਼ਿੰਦਗੀ ਨਹੀਂ ਜੀ, ਕਿਉਂਕਿ ਉਹਦੀ ਜ਼ਿੰਦਗੀ ਬਹੁਤ ਵਧੀਆ ਸੀਗਾ। ਉਹਦੇ ਕੋਲ ਬਹੁਤ ਪੈਸਾ ਸੀਗਾ। ਸੀ ਫੇਸ ਉਸ ਕੋਲ ਬੰਗਲਾ ਸੀ ਜਿਸ ਦੇ ਵਿੱਚ ਇੱਕ ਗੋਲਫ ਕੋਰਸ ਸੀ
ਤੇ ਉਸ ਤੋਂ ਇਲਾਵਾ ਉਹ ਟਾਈਮਾਂ ਦੇ ਵਿੱਚ ਉਸ ਕੋਲ ਬਹੁਤ ਗੱਡੀਆਂ ਸੀ, ਜਿਸ ਦਾ ਇੱਕ ਉਦਾਹਰਨ ਸੀਗਾ ਕਿ ਲੈਕਸਸ ਕਾਰ, ਜੋ ਕਿ ਇੱਕ ਬਹੁਤ ਲਗਜ਼ਰੀ ਕਾਰ ਉਹ ਟਾਈਮਾਂ ਦੇ ਵਿੱਚ ਵੀ ਮੰਨੀ ਗਈ ਹੈ। ਸਿਰਫ ਇੰਨਾ ਹੀ ਨਹੀਂ, ਸ਼ੇਅਰ ਮਾਰਕੀਟ ਦੇ ਅਮਿਤਾਭ ਬੱਚਨ ਕਹਿਲਾਉਣ ਤੋਂ ਇਲਾਵਾ ਉਸ ਨੂੰ ਬਿਗ ਬੁੱਲ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਸੀ, ਕਿਉਂਕਿ ਕਿਹਾ ਜਾਂਦਾ ਕਿ 1991 ਦੇ ਵਿੱਚ ਜੋ ਬੁੱਲ ਰੇਸਿੰਗ ਸ਼ੁਰੂਆਤ ਕੀਤੀ ਸੀ ਉਹ ਵੀ ਹਰਸ਼ਦ ਮਹਿਤਾ ਦੀ ਕੀਤੀ ਹੋਈ ਸੀ। ਦੋਸਤੋ ਦੱਸ ਦਈਏ ਕਿ ਹਰਸ਼ਦ ਮਹਿਤਾ ਦੇ ਮੌਤ ਤੋਂ ਬਾਅਦ ਵੀ ਉਸ ਦੇ ਖਿਲਾਫ 27 ਕੇਸਿਸ ਜਿਹੜੇ ਸੀਗੇ ਉਹ ਪੈਂਡਿੰਗ ਸੀ। ਇਸੇ ਤਰ੍ਹਾਂ ਦੀ ਹੋਰ ਵੀਡੀਓਜ਼, ਇੰਟਰਸਟਿੰਗ ਫੈਕਟਸ ਜਾਂ ਕੁਝ ਕਹਾਣੀਆਂ ਲੈ ਕੇ ਤੁਹਾਡੇ ਨਾਲ ਸਮੇਂ-ਸਮੇਂ ਸਿਰ ਸਾਂਝੀ ਕਰਦੇ ਰਹਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਵੱਲ ਨੂੰ ਦਿਓ ਇਜਾਜ਼ਤ ਤੇ ਵੇਖਦੇ ਰਹੋ ਜ਼ਿੰਦਾਬਾਦ ਚੈਨਲ। ਸਤਿ ਸ਼੍ਰੀ ਅਕਾਲ।